ਦਿਸ਼ਾ ਪਰਿਵਰਤਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਨਾਲ ਇੱਕ ਵਾਰੀ ਫੇਰ ਤੋਂ ਮੁਲਾਕਾਤ ਕਰ ਸਕੇ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਦਿਨ ਪ੍ਰਤੀ ਦਿਨ ਆਪਣੇ ਵਚਨ ਦੇ ਵਿੱਚ ਨਵੀਆਂ ਗੱਲਾਂ ਸਿਖਾ ਰਿਹਾ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੇ ਉੱਤੇ ਲੜੀਵਾਰ ਸਿੱਖਿਆ ਨੂੰ ਪ੍ਰਾਪਤ ਕਰਦੇ ਆ ਰਹੇ ਹਾਂ। ਹੁਣ ਤੱਕ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਏਗੀ ਕਿ ਹਰ ਇੱਕ ਮਸੀਹੀ ਇੱਕ ਯੁੱਧ ਦੇ ਵਿੱਚ ਸ਼ਾਮਿਲ ਹੈ ਅਤੇ ਪਰਮੇਸ਼ਰ ਦੀ ਬਾਣੀ ਇਸ ਯੁੱਧ ਦੇ ਵਿੱਚ ਸੁਰੱਖਿਅਤ ਰਹਿਣ ਅਤੇ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਪਰਮੇਸ਼ਰ ਦੇ ਸਾਰੇ ਸ਼ਸਤਰਾਂ ਵਸਤਰਾਂ ਨੂੰ ਧਾਰਨ ਕਰਨ ਦੀ ਸਲਾਹ ਦਿੰਦੀ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਬਾਰੇ ਵਿਸਥਾਰਪੂਰਵਕ ਢੰਗ ਦੇ ਨਾਲ ਅਧਿਐਨ ਕੀਤਾ। ਦੋਸਤੋ, ਅੱਜ ਅਸੀਂ ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਦੀ 16 ਆਇਤ ਦੇ ਉੱਤੇ ਗੌਰ ਕਰਾਂਗੇ। ਇਹ ਵਚਨ ਸਾਨੂੰ ਇੱਕ ਹੋਰ ਪਰਮੇਸ਼ਰ ਦੇ ਸ਼ਸਤਰ ਵਸਤਰ ਦੇ ਨਾਲ ਜਾਣੂ ਕਰਵਾਉਂਦੇ ਹਨ, ਜਿਹਨੂੰ ਨੇਚਾ ਯਾਨੀ ਕਿ ਵਿਸ਼ਵਾਸ ਦੀ ਢਾਲ ਕਿਹਾ ਜਾਂਦਾ ਹੈ। ਵਿਸ਼ਵਾਸ ਦੀ ਇਸ ਢਾਲ ਬਾਰੇ ਸਿੱਖਦੇ ਹੋਏ ਅਸੀਂ 5 ਮੁੱਖ ਗੱਲਾਂ ਦੇ ਉੱਤੇ ਗੌਰ ਕਰਾਂਗੇ। ਪਹਿਲੀ ਗੱਲ, ਨੇਚਾ ਜਾਂ ਵਿਸ਼ਵਾਸ ਦੀ ਢਾਲ ਦੀ ਪ੍ਰਾਥਮਿਕਤਾ। ਦੂਜੀ ਗੱਲ, ਵਿਸ਼ਵਾਸ ਦੀ ਢਾਲ ਦਾ ਉਦੇਸ਼। ਤੀਜੀ ਗੱਲ, ਨੇਚਾ ਦੀ ਢਾਲ ਦੀ ਅੰਤਰ ਸ਼ਕਤੀ। ਚੌਥੀ ਗੱਲ, ਨੇਚਾ ਜਾਂ ਵਿਸ਼ਵਾਸ ਦੀ ਢਾਲ ਦੀ ਸੁਰੱਖਿਆ। ਅਤੇ ਪੰਜਵੀਂ ਗੱਲ, ਵਿਸ਼ਵਾਸ ਦੀ ਢਾਲ ਦਾ ਅਧਿਕਾਰ। ਦੋਸਤੋ, ਸਾਨੂੰ ਉਮੀਦ ਹੈ ਕਿ ਪਰਮੇਸ਼ਰ ਦੇ ਇਸ ਆਤਮਿਕ ਸ਼ਸਤਰ ਦੇ ਬਾਰੇ ਜਾਣਨ ਲਈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਓਨੀ ਦਿਲਚਸਪੀ ਲਵੋਗੇ ਜਿੰਨੀ ਕਿ ਤੁਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਲੈਂਦੇ ਆ ਰਹੇ ਹੋ। ਤਾਂ ਫਿਰ ਦੋਸਤੋ, ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਅਤੇ ਸਿੱਖਦੇ ਹਾਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਵਿਸ਼ਵਾਸ ਦੀ ਢਾਲ ਬਾਰੇ। ਅੱਜ ਆਤਮਿਕ ਯੁੱਧ ਦੀ ਲੜੀ ਵਿੱਚ ਨੇਚਾ ਦੀ ਢਾਲ ਬਾਰੇ ਇਫਸੀਆਂ ਦੀ ਪੱਤਰੀ 6 ਅਧਿਆਏ ਉਸ ਦੀ 16 ਆਇਤ ਵਿੱਚੋਂ ਗੌਰ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਨੰਬਰ 1, ਨੇਚਾ ਦੀ ਢਾਲ ਦੀ ਪ੍ਰਮੁੱਖਤਾ। ਨੰਬਰ 2, ਨੇਚਾ ਦੀ ਢਾਲ ਦਾ ਉਦੇਸ਼। ਨੰਬਰ 3, ਨੇਚਾ ਦੀ ਢਾਲ ਦੀ ਅੰਤਰ ਸ਼ਕਤੀ। ਨੰਬਰ 4, ਨੇਚਾ ਦੀ ਢਾਲ ਦੀ ਸੁਰੱਖਿਆ। ਨੰਬਰ 5, ਨੇਚਾ ਦੀ ਢਾਲ ਦਾ ਅਧਿਕਾਰ। ਨੰਬਰ 1, ਆਪਣੀ ਨੇਚਾ ਨਾਲ ਸੰਬੰਧਿਤ ਚੀਜ਼ ਦੇ ਬਾਰੇ ਆਪਣੇ ਆਪ ਨੂੰ ਸਿੱਧ ਕਰੋ। ਨੰਬਰ 2, ਆਪਣੀ ਨੇਚਾ ਨੂੰ ਮਜ਼ਬੂਤ ਕਰਨ ਲਈ ਗੰਭੀਰ ਹੋਵੋ। ਇੱਕ ਇਹੋ ਜਿਹਾ ਵਿਚਾਰ ਜੋ ਕਿ ਕੁਝ ਇਸ ਤਰ੍ਹਾਂ ਆਖਦਾ ਹੈ, ਜੇਕਰ ਆਪ ਆਪਣੇ ਦਿਲ ਮਸੀਹ ਨੂੰ ਦੇ ਦਿਓ ਤਦ ਉਸ ਨੂੰ ਆਪਣੀਆਂ ਸਾਰੀਆਂ ਸਮੱਸਿਆ ਦੀ ਦੇਖ ਰੇਖ ਕਰਨ ਦਾ ਵਾਅਦਾ ਕੀਤਾ ਹੈ ਅਤੇ ਹੁਣ ਉਹ ਆਪ ਇੱਕ ਭਰਪੂਰ ਅਤੇ ਬਹੁਤਾਤ ਵਾਲਾ ਜੀਵਨ ਜਿਉਣ ਦੇ ਯੋਗ ਹੋਵੇਗਾ। ਲੋਕ ਇਸ ਦੇ ਦੁਆਰਾ ਇਹ ਸਮਝਦੇ ਹਨ ਕਿ ਜੇਕਰ ਉਹ ਆਪਣੇ ਦਿਲ ਮਸੀਹ ਨੂੰ ਦੇਣ ਤਦ ਕਠਿਨਾਈਆਂ ਖਤਮ ਹੋ ਜਾਂਦੀਆਂ ਹਨ ਅਤੇ ਸਮੱਸਿਆ ਉਹਨਾਂ ਦਾ ਪਿੱਛੇ ਰਹਿ ਜਾਂਦੀਆਂ ਹਨ। ਅਤੇ ਹੁਣ ਜਿਵੇਂ ਕਿ ਅੱਜ ਕੱਲ੍ਹ ਹੈ, ਉਹ ਅਬਦੀ ਕਾਲ ਵਿੱਚ ਜੀਵਨ ਦੇ ਦੁਆਰਾ ਬਿਨਾਂ ਪਰੇਸ਼ਾਨ ਕੀਤਿਆਂ ਜਾ ਸਕਦੇ ਹਨ ਅਤੇ ਫਿਰ ਇਹ ਵਿਸ਼ਵਾਸ ਕਰਕੇ ਉਹ ਮਸੀਹ ਨੂੰ ਕਬੂਲ ਕਰਦੇ ਹਨ ਅਤੇ ਅਚਾਨਕ ਹੀ ਉਹ ਇਹ ਸੋਚਦੇ ਹਨ ਕਿ ਉਹਨਾਂ ਦੇ ਮਸੀਹ ਹੋਣ ਤੋਂ ਪਹਿਲਾਂ ਜੋ ਇੱਕ ਸਰਲ ਜੀਵਨ ਸੀ ਉਹ ਹੁਣ ਬਹੁਤ ਹੀ ਗੁੰਝਲਦਾਰ ਬਣ ਚੁੱਕਾ ਹੈ। ਜੋ ਪਹਿਲਾਂ ਕਠਿਨਾਈ ਜਾਪਦੀ ਸੀ, ਉਹ ਜੋ ਕੁਝ ਹੁਣ ਅਨੁਭਵ ਕਰਦੇ ਆ ਰਹੇ ਹਨ ਉਸ ਦੀ ਤੁਲਨਾ ਵਿੱਚ ਕੁਝ ਵੀ ਨਹੀਂ ਹੈ। ਹੁਣ ਉਹਨਾਂ ਦੇ ਅੰਦਰ ਇੱਕ ਵੱਡਾ ਯੁੱਧ ਛਿੜਿਆ ਹੋਇਆ ਹੈ ਅਤੇ ਹੁਣ ਕਠਿਨਾਈਆਂ ਅਤੇ ਸਮੱਸਿਆ ਹਰ ਪਾਸੇ ਹਨ ਅਤੇ ਕਿਉਂਕਿ ਉਹ ਇਸ ਦੇ ਲਈ ਤਿਆਰ ਨਹੀਂ ਕੀਤੇ ਗਏ ਹਨ, ਇਸ ਕਰਕੇ ਉਹ ਨਹੀਂ ਜਾਣਦੇ ਕੀ ਕਰਨ। ਅਕਸਰ ਜੇਤੂ ਹੋਣ ਦੀ ਬਜਾਏ ਉਹ ਸ਼ਿਕਾਰ ਹੋ ਜਾਂਦੇ ਹਨ। ਜੇਕਰ ਇਹੋ ਹੀ ਪ੍ਰਗਟਾਵਾ ਹੈ ਜੋ ਕਿ ਲੋਕ ਮਸੀਹੀ ਜੀਵਨ ਦੇ ਬਾਰੇ ਰੱਖਦੇ ਹਨ ਤਦ ਇਹ ਪਰਮੇਸ਼ਰ ਦਾ ਕਸੂਰ ਨਹੀਂ ਹੈ। ਪਰਮੇਸ਼ਰ ਨੇ ਸਾਨੂੰ ਇਹ ਕਦੇ ਨਹੀਂ ਸੀ ਆਖਿਆ ਭਾਈ ਇਹ ਆਸਾਨ ਹੋਵੇਗਾ। ਉਸਨੇ ਕਦੇ ਵੀ ਸਾਨੂੰ ਇਹ ਵਿਸ਼ਵਾਸ ਕਰਨ ਦਾ ਕਾਰਨ ਨਹੀਂ ਸੀ ਦੱਸਿਆ ਕਿ ਜੇਕਰ ਅਸੀਂ ਯਿਸੂ ਮਸੀਹ ਵਿੱਚ ਨੇਚਾ ਕਰਨ ਦੇ ਰਾਹੀਂ ਪਰਮੇਸ਼ਰ ਦੀ ਸੰਤਾਨ ਬਣ ਗਏ ਹਾਂ ਤਦ ਅਸੀਂ ਸਮੱਸਿਆ ਤੋਂ ਰਾਹਿਤ ਹੋਵਾਂਗੇ। ਅਸਲ ਵਿੱਚ ਪਰਮੇਸ਼ਰ ਦੇ ਵਚਨ ਦਾ ਠੀਕ ਮਤਲਬ ਇਸ ਦੇ ਬਿਲਕੁਲ ਉਲਟ ਹੈ। ਪਰਮੇਸ਼ਰ ਦੀ ਬਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਨੂੰ ਇੱਕ ਕਸ਼ਿਸ਼ ਅਤੇ ਜਦੋ ਜਹਿਦ ਅਤੇ ਉਦੇਸ਼ਾਂ ਦੇ ਇੱਕ ਮਜ਼ਬੂਤ ਨਜ਼ਰੀਏ ਦੇ ਜੀਵਨ ਦੇ ਲਈ ਸਾਨੂੰ ਬੁਲਾਇਆ ਗਿਆ ਹੈ।
ਪੁਰਾਣੇ ਨੇਮ ਅਤੇ ਮਸੀਹ ਜੀਵਨ ਦੀ ਮਸੀਹਤ ਦੇ ਇਤਿਹਾਸ ਦੋਵਾਂ ਵਿੱਚ ਜੀਵਨ ਨੂੰ ਇੱਕ ਯੁੱਧ ਵਾਲਾ ਜੀਵਨ ਹੋਣ ਵਜੋਂ ਤੱਕਿਆ ਗਿਆ ਹੈ। ਇਸ ਨੂੰ ਯੁੱਧ ਅਤੇ ਆਤਮਾ ਦੇ ਖੇਤਰ ਵਿੱਚ ਇੱਕ ਵਿਰੋਧ ਵਜੋਂ ਉਲੱਖਿਆ ਗਿਆ ਹੈ। ਜੇਕਰ ਆਪ ਕਲੀਸਿਆ ਦੇ ਇਤਿਹਾਸ ਦਾ ਅਧਿਐਨ ਕਰੋ ਤਦ ਆਪ ਵੇਖੋਗੇ ਕਿ ਇਸ ਦਾ ਜਨਮ ਸਤੌ ਵਿੱਚ, ਸ਼ਹਿਦਾਦ ਵਿੱਚ, ਦੁੱਖ ਝੱਲਣ ਵਿੱਚ ਅਤੇ ਜੇਲ੍ਹਾਂ ਵਿੱਚ ਅਤੇ ਖੂਨ ਦੇ ਬਹਾਏ ਜਾਣ ਅਤੇ ਮੌਤ ਵਿੱਚ ਹੋਇਆ ਸੀ। ਸਾਡੇ ਆਗੂ ਨੂੰ ਸਲੀਬ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਾਕੀ ਸਾਰੇ ਰਸੂਲ ਸ਼ਹਾਦਤ ਦੀ ਮੌਤ ਮਰੇ ਸਨ। ਕਲੀਸਿਆ ਦੀ ਪਹਿਲੀ ਸ਼ਤਾਬਦੀ ਵਿੱਚ, ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਪੋਥੀ ਦੇ ਆਪਣੇ ਅਧਿਐਨ ਵਿੱਚ ਸਿੱਖਿਆ ਸੀ ਕਿ ਕਲੀਸਿਆ ਨੇ ਬਿਆਨ ਸਤੌ ਨੂੰ ਚੱਲਿਆ ਸੀ। ਜੇਕਰ ਕਿਸੇ ਨੇ OX ਦੀ ਸ਼ਹੀਦਾਂ ਦੀ ਕਿਤਾਬ ਨੂੰ ਪੜ੍ਹਿਆ ਹੋਵੇ ਤਦ ਉਹ ਜਾਣਦਾ ਹੈ ਉਸ ਕੀਮਤ ਬਾਰੇ ਜੋ ਸਾਡੀ ਨੇਚਾ ਦੇ ਲਈ ਸ਼ਹੀਦਾਂ ਦੇ ਦੁਆਰਾ, ਉਹਨਾਂ ਦੇ ਆਪਣੇ ਖੂਨ ਦੇ ਦੁਆਰਾ ਅਦਾ ਕੀਤੀ ਗਈ ਸੀ। ਬਾਈਬਲ ਬਾਣੀ ਸਾਨੂੰ ਦੱਸਦੀ ਹੈ ਕਿ ਇਹ ਅਸੁਭਾਵਿਕ ਨਹੀਂ ਹੈ, ਇਹ ਮਸੀਹ ਦੇ ਲਈ ਆਮ ਗੱਲ ਹੈ। ਅਸਲ ਵਿੱਚ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਬਹੁਤ ਸਾਰੀ ਮੁਸੀਬਤ ਪਾਉਂਦੇ ਹਾਂ ਤਦ ਸਾਨੂੰ ਇਸ ਨੂੰ ਕੋਈ ਅਜੀਬ ਗੱਲ ਨਹੀਂ ਸੋਚਣਾ ਚਾਹੀਦਾ। ਸਾਨੂੰ ਇਸ ਦੇ ਦੁਆਰਾ ਹੈਰਾਨ ਨਹੀਂ ਹੋਣਾ ਚਾਹੀਦਾ। ਬਾਈਬਲ ਸਾਨੂੰ ਦੱਸਦੀ ਹੈ ਜੇਕਰ ਅਸੀਂ ਮਸੀਹ ਦੇ ਨਾਲ ਰਾਜ ਕਰਨ ਜਾ ਰਹੇ ਹਾਂ ਤਦ ਅਸੀਂ ਉਸ ਦੇ ਨਾਲ ਕਸ਼ਟ ਚੱਲਣ ਜਾ ਰਹੇ ਹਾਂ। ਬਾਈਬਲ ਆਖਦੀ ਹੈ ਜਗਤ ਵਿੱਚ ਤੁਹਾਡੇ ਉੱਤੇ ਸਤੌ ਆਉਣਗੇ ਪਰ ਹੌਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ। ਜੇਕਰ ਅਸੀਂ ਕਸ਼ਟ ਨਹੀਂ ਚੱਲਾਂਗੇ ਤਦ ਅਸੀਂ ਰਾਜ ਨਹੀਂ ਕਰਾਂਗੇ। ਬਾਰ-ਬਾਰ ਬਾਈਬਲ ਬਾਣੀ ਸਾਨੂੰ ਸਿਖਾਉਂਦੀ ਹੈ ਇਸੇ ਦੇ ਬਾਰੇ ਅਤੇ ਬਾਈਬਲ ਮਸੀਹੀ ਅਨੁਭਵਾਂ ਨੂੰ ਇੱਕ ਆਤਮਿਕ ਯੁੱਧ ਦੇ ਨਾਲ ਜੋੜ ਕੇ ਇਸ ਦੀ ਤਸਵੀਰ ਨੂੰ ਉਲੀਕਦੀ ਹੈ। ਜੇਕਰ ਅਸੀਂ ਇਮਾਨਦਾਰ ਹਾਂ, ਅਸੀਂ ਜਾਣਦੇ ਹਾਂ ਤਦ ਜੋ ਬਾਈਬਲ ਹੈ ਉਸ ਦੇ ਬਾਰੇ ਸੱਚ ਹੀ ਹੈ, ਜੋ ਵੀ ਪੱਧਰ ਅਸੀਂ ਮਸੀਹੀ ਅਨੁਭਵ ਵਿੱਚ ਜਾਣਿਆ ਹੈ। ਫਿਰ ਵੀ ਅਸੀਂ ਭਾਵੇਂ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਨਜ਼ਰੀਆ ਬਣਾਈਆਂ ਹੋਵੇ, ਅਸੀਂ ਇਸ ਯੁੱਧ ਦੇ ਕੁਝ ਦਬਾਅ ਨੂੰ ਮਹਿਸੂਸ ਕਰ ਸਕੀਏ। ਬਾਈਬਲ ਬਾਣੀ ਆਖਦੀ ਹੈ ਕਿ ਇਸ ਯੁੱਧ ਵਿੱਚ ਅਸੀਂ ਲੋਹੇ ਅਤੇ ਨਾਲ ਹੀ ਲੜ ਸਕਦੇ ਹਾਂ, ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਹਨ ਪਰ ਉਹ ਕਿਲਿਆਂ ਨੂੰ ਢਾਹ ਦੇਣ ਵਾਲੇ ਕਾਫੀ ਮਜ਼ਬੂਤ ਹਨ। ਮਜ਼ਬੂਤ ਹਥਿਆਰ ਜੋ ਕਿ ਆਤਮਿਕ ਯੁੱਧ ਨੂੰ ਜਿੱਤਣ ਦੇ ਲਈ ਸਾਨੂੰ ਇਸਤੇਮਾਲ ਕਰਨੇ ਪੈਣੇ ਹਨ। ਉਹਨਾਂ ਦਾ ਜ਼ਿਕਰ ਸਾਡੇ ਲਈ ਪਲੂਸ ਦੀ ਇਫਸੀਆਂ ਨੂੰ ਲਿਖੀ ਪੱਤਰੀ ਵਿੱਚ ਵਰਣਨ ਕੀਤਾ ਗਿਆ ਹੈ। ਇਫਸਸ ਵਿਖੇ ਪਾਈ ਜਾਣ ਵਾਲੀ ਕਲੀਸਿਆ ਨੂੰ ਉਸਨੇ ਲਿਖਿਆ ਸੀ, ਇੱਕ ਰਾਹ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਹੈ ਜਿਸ ਦੇ ਰਾਹੀਂ ਅਸੀਂ ਹਰ ਬੁਰੇ ਦਿਲ ਦੇ ਵਿੱਚ ਖੜੇ ਹੋ ਸਕਦੇ ਹਾਂ ਅਤੇ ਸਭ ਕੁਝ ਖਤਮ ਕਰਨ ਤੋਂ ਬਾਅਦ ਅਸੀਂ ਫਿਰ ਵੀ ਖੜੇ ਹੋ ਰਹੇ ਹੋਵਾਂਗੇ। ਉਹ ਵਰਣਨ ਕਰਦਾ ਹੈ ਕਿ ਅਸੀਂ ਕਿਵੇਂ ਆਪਣੇ ਆਪ ਨੂੰ ਉਸ ਯੁੱਧ ਲਈ ਯੋਗ ਬਣਾਉਣਾ ਹੈ। ਉਹ ਸਾਨੂੰ ਦੱਸਦਾ ਹੈ ਕਿ ਸਾਨੂੰ ਆਪਣੇ ਆਪ ਨੂੰ ਇੱਕ ਬੱਦੀ ਜਾਂ ਸਚਾਈ ਦੇ ਕਮਰ ਕੱਸੇ ਨਾਲ ਆਪਣੇ ਆਪ ਨੂੰ ਲੈਸ ਕਰਨਾ ਹੈ। ਸਚਾਈ ਦਾ ਕਮਰ ਕੱਸਾ ਜਾਂ ਫਿਰ ਉਹ ਪੇਟੀ ਰੋਮੀ ਸਿਪਾਹੀ ਦੇ ਦੁਆਰਾ ਉਸ ਦੀ ਕਮਰ ਦੇ ਦੁਆਲੇ ਬੰਨੀ ਜਾਂਦੀ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਇਸ ਦਾ ਉਦੇਸ਼ ਬਾਕੀ ਸ਼ਸਤਰਾਂ ਨੂੰ ਉਹਨਾਂ ਦੀ ਜਗ੍ਹਾ ਦੇ ਉੱਤੇ ਬਣਾਈ ਰੱਖਣਾ ਸੀ ਅਤੇ ਇਹ ਤਲਵਾਰ ਨੂੰ ਆਪਣੇ ਕੋਲ ਰੱਖਣ ਦੇ ਸਥਾਨ ਵਜੋਂ ਇਸ ਦਾ ਇੰਤਜ਼ਾਮ ਕੀਤਾ ਗਿਆ ਸੀ। ਇੱਕ ਮਸੀਹੀ ਸਿਪਾਹੀ ਦੇ ਦੁਆਰਾ ਸਚਾਈ ਦੇ ਕਮਰ ਕੱਸੇ ਨੂੰ ਪਾਉਣਾ ਸਾਡੀ ਯਿਸੂ ਮਸੀਹ ਦੇ ਨਾਲ ਸੰਪੂਰਨ ਪਹਿਚਾਨ ਦਾ ਚਿੰਨ੍ਹ ਹੈ, ਜੋ ਕਿ ਰਾਹ, ਸਚਾਈ ਅਤੇ ਜੀਵਨ ਹੈ। ਇਹ ਸਾਡੇ ਯੋਧਿਆਂ ਵਿੱਚੋਂ ਇੱਕ ਹੋਣ ਵਜੋਂ ਹੋਣ ਵਿੱਚ ਪਾਏ ਜਾਣ ਵਾਲੇ ਸਾਡੇ ਇੱਕ ਉਦੇਸ਼ ਦੀ ਸਚਾਈ ਦਾ ਚਿੰਨ੍ਹ ਹੈ। ਅਸੀਂ ਸੱਚਮੁੱਚ ਪੱਕੇ ਤੌਰ ਤੇ ਇੱਕ ਇਹੋ ਜਿਹਾ ਵਿਅਕਤੀ ਹੋਣ ਲਈ ਤਿਆਰ ਹਾਂ ਜੋ ਆਪਣੇ ਆਪ ਨੂੰ ਯੁੱਧ ਵਿੱਚ ਮਸੀਹ ਦੇ ਨਾਲ ਆਪਣੀ ਪਹਿਚਾਨ ਬਣਾਉਣ ਲਈ ਤਿਆਰ ਹਾਂ। ਜੋ ਯੁੱਧ ਅਸੀਂ ਆਤਮਿਕ ਖੇਤਰ ਵਿੱਚ ਲੜਿਆ ਜਾ ਰਿਹਾ ਹੈ, ਢਾਲ ਰੋਮੀ ਸਿਪਾਹੀ ਦੇ ਦੁਆਰਾ ਉਸ ਦੇ ਜਿਸਮ ਦੇ ਮੁੱਖ ਅੰਗਾਂ ਨੂੰ ਵੈਰੀ ਦੇ ਹਥਿਆਰਾਂ ਤੋਂ ਸੁਰੱਖਿਆ ਰੱਖਣ ਦੇ ਲਈ ਪਹਿਨੀ ਜਾਂਦੀ ਸੀ। ਇਹ ਬੁੱਧੀ ਅਗਲੇ ਭਾਗ ਦੇ ਉੱਤੇ ਲਗਾਈ ਜਾਂਦੀ ਸੀ ਅਤੇ ਇਹ ਤਾਂ ਉਸ ਦੀ ਪਿੱਠ ਦਾ ਵੀ ਇੱਕ ਹਿੱਸਾ ਢੱਕ ਕੇ ਰੱਖਦੀ ਸੀ। ਇਹ ਉੱਪਰਲੇ ਧੜ ਦੇ ਦੁਆਲੇ ਹਥਿਆਰਾਂ ਤੋਂ ਬਚਾਉਣ ਦੇ ਲਈ, ਮੁੱਖ ਅੰਗਾਂ ਨੂੰ ਬਚਾਉਣ ਦੇ ਲਈ ਲਗਾਇਆ ਜਾਂਦਾ ਸੀ, ਜੋ ਉਸ ਦੇ ਉੱਤੇ ਨਿਸ਼ਾਨੇ ਲਗਾਏ ਜਾਂਦੇ ਸਨ। ਇੱਕ ਮਸੀਹੀ ਸਿਪਾਹੀ ਦੀ ਤਸਵੀਰ ਬਿਲਕੁਲ ਸਾਫ਼ ਹੈ। ਮਸੀਹ ਦੀ ਢਾਲ ਨੂੰ ਧਾਰਮਿਕਤਾ ਦੀ ਆਖਿਆ ਗਿਆ ਹੈ। ਉਹ ਯਿਸੂ ਮਸੀਹ ਦੀ ਧਾਰਮਿਕਤਾ ਹੈ ਜੋ ਕਿ ਸਾਨੂੰ ਬਖਸ਼ੀ ਗਈ ਹੈ। ਬਾਈਬਲ ਆਖਦੀ ਹੈ ਕਿ ਸ਼ੈਤਾਨ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਹੈ, ਜੋ ਕਿ ਅੱਜ ਸਵਰਗ ਵਿੱਚ ਸਾਡੇ ਉੱਤੇ ਦੋਸ਼ ਲਗਾਉਂਦਾ ਹੈ, ਪਰ ਉਹ ਵਿਸ਼ਵਾਸੀ ਦੇ ਮੁੱਖ ਆਤਮਿਕ ਅੰਗ ਦੇ ਉੱਤੇ ਆਪਣਾ ਨਿਸ਼ਾਨਾ ਨਹੀਂ ਸੇ ਸਕਦਾ, ਕਿਉਂਕਿ ਇਹ ਧਾਰਮਿਕਤਾ ਦੀ ਢਾਲ ਦੇ ਦੁਆਰਾ, ਧਰਮ ਦੀ ਸੰਜੋ ਦੇ ਦੁਆਰਾ ਸੁਰੱਖਿਅਤ ਕੀਤਾ ਗਿਆ ਹੈ, ਜੋ ਕਿ ਯਿਸੂ ਮਸੀਹ ਖੁਦ। ਜਦੋਂ ਸ਼ੈਤਾਨ ਸਵਰਗ ਵਿੱਚ ਭਾਈਆਂ ਉੱਤੇ ਦੋਸ਼ ਲਗਾਉਂਦਾ ਹੈ ਤਦ ਯਿਸੂ ਉਸ ਵਿਸ਼ਵਾਸੀ ਦੀ ਸੁਰੱਖਿਆ ਹੈ, ਕਿਉਂਕਿ ਪਰਮੇਸ਼ਰ ਵਿਸ਼ਵਾਸੀ ਵੱਲ ਤੱਕਦਾ ਹੈ ਤੇ ਉਹ ਵਿਸ਼ਵਾਸੀ ਅਤੇ ਉਸ ਦੇ ਪਾਪ ਨੂੰ ਨਹੀਂ ਤੱਕਦਾ, ਉਹ ਤਾਂ ਮਸੀਹ ਅਤੇ ਉਸ ਦੀ ਧਾਰਮਿਕਤਾ ਨੂੰ ਤੱਕਦਾ ਹੈ। ਇਹ ਉਹਨਾਂ ਦੋਸ਼ਾਂ ਦੇ ਵਿਰੁੱਧ ਉਸ ਦੇ ਲਈ ਸੁਰੱਖਿਆ ਹੈ।
ਸਿਪਾਹੀ ਦੀ ਜੁੱਤੀ ਉਸ ਦੇ ਕੰਮ ਦੇ ਲਈ ਬਹੁਤ ਮਹੱਤਵਪੂਰਨ ਹੈ। ਨੰਗੇ ਪੈਰੀ ਚੱਲਣ ਵਾਲੇ ਸਿਪਾਹੀ ਬਚੇ ਨਹੀਂ ਰਹਿੰਦੇ। ਉਹ ਜੁੱਤੀ ਜੋ ਕਿ ਰੋਮੀ ਫੌਜ ਵਿੱਚ ਸਿਪਾਹੀਆਂ ਨੂੰ ਪਹਿਨਣੀ ਪੈਂਦੀ ਸੀ, ਉਹ ਕੋਕਿਆਂ ਵਾਲੀ ਭਰੀ ਜੁੱਤੀ ਹੁੰਦੀ ਸੀ, ਜੋ ਕਿ ਸਿਪਾਹੀ ਨੂੰ ਯੁੱਧ ਦੇ ਮੈਦਾਨ ਵਿੱਚ ਜਾਂ ਸੜਕ ਤੇ ਚੱਲਦਿਆਂ ਉਸ ਦੇ ਪੈਰ ਨੂੰ ਸਥਿਰ ਰੱਖਦੀ ਸੀ। ਵਿਸ਼ਵਾਸੀਆਂ ਦਾ ਆਤਮਿਕ ਪੈਰਾਂ ਵਿੱਚ ਪਾਈ ਜਾਣ ਵਾਲੀ ਜੁੱਤੀ ਉਹ ਇੱਕ ਲਿਹਾਜ਼ ਨਾਲ ਪਰਮੇਸ਼ਰ ਵਿੱਚ ਉਸ ਦੇ ਖੰਡ ਦੀ ਸ਼ਕਤੀ ਹੈ, ਜੋ ਕਿ ਹੁਣ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਨਾਲ ਉਸ ਦਾ ਮੇਲ ਹੈ। ਇਸ ਕਰਕੇ ਹੁਣ ਜੋ ਮਸੀਹ ਵਿੱਚ ਹਨ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ। ਉਹ ਪਰਮੇਸ਼ਰ ਦੇ ਨਾਲ ਆਪਣੇ ਰਿਸ਼ਤੇ ਵਿੱਚ ਸੁਰੱਖਿਅਤ ਅਤੇ ਉਹ ਦੂਸਰਿਆਂ ਦੇ ਨਾਲ ਮੇਲ ਨਾਲ ਸ਼ਾਂਤੀ ਵਿੱਚ ਹੈ, ਜੋ ਕਿ ਪਰਮੇਸ਼ਰ ਦੇ ਨਾਲ ਜੁੜੇ ਹੋਏ ਹਨ ਅਤੇ ਉਸ ਦੇ ਦਿਲ ਦੇ ਅੰਦਰ ਪਰਮੇਸ਼ਰ ਦੀ ਸ਼ਾਂਤੀ ਪਾਈ ਜਾਂਦੀ ਹੈ। ਉਹ ਯੁੱਧ ਦੇ ਅੰਦਰ ਜਾਂਦਾ ਹੈ ਅਤੇ ਉਸ ਨੂੰ ਕੋਈ ਸ਼ੱਕ ਨਹੀਂ ਕਿ ਉਹ ਪਰਮੇਸ਼ਰ ਦੇ ਨਾਲ ਕਿੱਥੇ ਖੜਾ ਹੈ। ਉਹ ਆਪਣੀ ਖੁਦ ਦੀ ਆਤਮਿਕ ਸ਼ਖਸੀਅਤ ਦੇ ਨਾਲ ਸ਼ਾਂਤੀ ਵਿੱਚ ਪਾਇਆ ਜਾਂਦਾ ਹੈ। ਉਸ ਨੂੰ ਆਪਣੀ ਸਥਿਰਤਾ ਦੇ ਖੋ ਜਾਣ ਦਾ ਡਰ ਨਹੀਂ ਰਹਿੰਦਾ, ਕਿਉਂਕਿ ਉਸ ਦੀ ਜੁੱਤੀ ਨੇ ਉਸ ਨੂੰ ਮਸੀਹ ਵਿੱਚ ਸੁਰੱਖਿਅਤ ਬਣਾ ਦਿੱਤਾ ਹੈ। ਹੁਣ ਬਾਈਬਲ ਆਖਦੀ ਹੈ, ਕਿਸੇ ਨੂੰ ਯੁੱਧ ਦੇ ਇੱਕ ਹੋਰ ਸ਼ਸਤਰ ਨੂੰ ਲੈਣਾ ਪੈਣਾ ਹੈ, ਜੋ ਕਿ ਨੇਚਾ ਦੀ ਢਾਲ ਹੈ। ਇਸ ਦੇ ਬਾਰੇ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਉਹਨਾਂ ਸਭਨਾਂ ਸਣੇ ਨੇਚਾ ਦੀ ਢਾਲ ਲਓ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਵਾਣਾਂ ਨੂੰ ਬੁਝਾ ਸਕੋ। ਅਸੀਂ ਇਹ ਸਿੱਖਦੇ ਹਾਂ ਕਿ ਸ਼ੈਤਾਨ ਦਾ ਪਹਿਲਾ ਕੰਮ ਮਨੁੱਖ ਦੇ ਨਾਲ ਉਸ ਦੇ ਰਿਸ਼ਤੇ ਵਿੱਚ ਹੋ ਕੇ ਖੁਦ ਪਰਮੇਸ਼ਰ ਦੇ ਬਾਰੇ ਸ਼ੱਕ ਪੈਦਾ ਕਰਨਾ ਸੀ। ਇਹੋ ਹੀ ਹੈ ਜੋ ਕਿ ਉਸ ਨੇ ਅਦਨ ਦੇ ਬਾਗ ਵਿੱਚ ਕੀਤਾ ਸੀ, ਜਿਸ ਨੂੰ ਕਿ ਅਸੀਂ ਕੁਝ ਹੀ ਪਲਾਂ ਬਾਅਦ ਵੇਖਾਂਗੇ, ਅਤੇ ਉਸ ਯੁੱਧ ਤੋਂ ਲੈ ਕੇ ਅੱਜ ਤੱਕ ਉਹ ਆਪਣੀਆਂ ਉਹਨਾਂ ਸਫਲਤਾਵਾਂ ਨੂੰ ਉਸ ਖੇਤਰ ਦੇ ਵਿੱਚ ਵਾਰ-ਵਾਰ ਦੁਹਰਾਉਂਦਾ ਆ ਰਿਹਾ ਹੈ। ਮੈਂ ਹਮੇਸ਼ਾ ਲੋਕਾਂ ਨੂੰ ਪਰਮੇਸ਼ਰ ਉੱਤੇ ਸ਼ੱਕ ਕਰਨ ਦੇ ਵਿੱਚ ਲੱਗੇ ਹੋਇਆ ਹੈ। ਇਹੋ ਹੀ ਹੈ ਉਹਦਾ ਉਦੇਸ਼, ਇਹੋ ਹੀ ਹੈ ਜੋ ਉਹ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਾਈਬਲ ਬਾਣੀ ਆਖਦੀ ਹੈ ਕਿ ਉਹ ਤਰੀਕਾ ਜਿਸ ਦੇ ਅਨੁਸਾਰ ਪਰਮੇਸ਼ਰ ਉੱਤੇ ਕੀਤੇ ਗਏ ਇਸ ਹਮਲੇ ਦੇ ਸਮੇਂ ਸਾਨੂੰ ਜਿਸ ਤਰ੍ਹਾਂ ਖੜਨਾ ਪੈਣਾ ਹੈ, ਅਤੇ ਉਹ ਕੌਣ ਹੈ, ਅਤੇ ਉਸ ਦੇ ਵਾਅਦਿਆਂ ਦੇ ਉੱਤੇ ਜੋ ਕਿ ਸਾਡੇ ਖੁਦ ਦੇ ਜੀਵਨ ਦੇ ਲਈ ਹਨ, ਉਹ ਇਹ ਹੈ ਕਿ ਸਾਨੂੰ ਨੇਚਾ ਦੀ ਢਾਲ ਲੈਣੀ ਹੈ। ਇੱਕ ਵਾਰ ਫਿਰ ਜਿਉਂ-ਜਿਉਂ ਅਸੀਂ ਇਸ ਨੂੰ ਸਿੱਖ ਚੁੱਕੇ ਹਾਂ, ਉਹ ਤਾਂ ਬਸ ਸਾਡੇ ਲਈ ਇਸ ਨੂੰ ਜ਼ਾਹਿਰ ਕਰਨ ਦਾ ਇੱਕ ਹੋਰ ਤਰੀਕਾ ਹੈ ਕਿ ਸਾਨੂੰ ਪ੍ਰਭੂ ਯਿਸੂ ਮਸੀਹ ਨੂੰ ਪਹਿਨਣਾ ਪੈਣਾ ਹੈ ਅਤੇ ਉਸ ਨੂੰ ਸਾਡੀ ਸੁਰੱਖਿਆ ਹੋਣ ਦੇ ਲਈ ਇਜਾਜ਼ਤ ਦੇਣਾ ਹੈ। ਇਬਰਾਨੀਆਂ 12 ਅਧਿਆਏ ਦੇ ਵਚਨ ਆਖਦੇ ਨੇ, ਸਾਡੀ ਨੇਚਾ ਦੇ ਕਰਤਾ ਵੱਲ ਤੱਕਦੇ ਰਹੋ ਅਤੇ ਉਸ ਨੂੰ ਸੰਪੂਰਨ ਕਰਨ ਵਾਲੇ ਦੇ ਵੱਲ ਤੱਕਦੇ ਰਹੋ, ਜੋ ਕਿ ਯਿਸੂ ਮਸੀਹ ਹੈ। ਇੱਕ ਐਤ ਜੋ ਕਿ ਮੈਂ ਇਹ ਆਪਣੇ ਮਸੀਹ ਜੀਵਨ ਵਿੱਚ ਦੇ ਆਰੰਭ ਵਿੱਚ ਸਿੱਖੀ ਸੀ, ਉਹ ਗਲਤੀਆਂ 2 ਅਧਿਆਏ ਉਸ ਦੀ 20 ਐਤ ਸੀ, ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ, ਸੋ ਪਰਮੇਸ਼ਰ ਦੇ ਪੁੱਤਰ ਉੱਤੇ ਨੇਚਾ ਨਾਲ ਭੋਗਦਾ ਹਾਂ, ਜਿਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਇੱਥੇ ਇਸ ਤਰ੍ਹਾਂ ਨਹੀਂ ਆਖਿਆ ਗਿਆ ਕਿ ਮੈਂ ਆਪਣਾ ਜੀਵਨ ਸਰੀਰ ਵਿੱਚ ਜਿਉਂਦਾ ਹਾਂ, ਨੇਚਾ ਦੇ ਰਾਹੀਂ ਜੋ ਪਰਮੇਸ਼ਰ ਦੇ ਪੁੱਤਰ ਵਿੱਚ ਹੈ। ਫਿਰ ਤਾਂ ਇਹ ਉਸ ਦੇ ਵਿੱਚ ਮੇਰੀ ਨੇਚਾ ਹੋਵੇਗੀ ਜੋ ਕਿ ਮੈਨੂੰ ਜਿਉਣ ਦੇ ਯੋਗ ਬਣਾਉਂਦੀ ਹੈ। ਇਹ ਆਖਦਾ ਹੈ, ਪਰ ਮੈਂ ਆਪਣਾ ਜੀਵਨ ਸਰੀਰ ਵਿੱਚ ਹੋ ਕੇ ਪਰਮੇਸ਼ਰ ਦੇ ਪੁੱਤਰ ਦੀ ਨੇਚਾ ਦੇ ਰਾਹੀਂ ਜਿਉਂਦਾ ਹਾਂ, ਜੋ ਕੁਝ ਉਸ ਨੇ ਮੇਰੇ ਲਈ ਬਖਸ਼ਿਆ ਹੈ। ਇੱਥੋਂ ਤੱਕ ਕਿ ਮੇਰੀ ਨੇਚਾ ਦੀ ਪਰਮੇਸ਼ਰ ਵੱਲੋਂ ਇੱਕ ਵਰਦਾਨ ਹੈ। ਇੱਥੋਂ ਤੱਕ ਕਿ ਯਿਸੂ ਮਸੀਹ ਵਿੱਚ ਮੇਰੀ ਨੇਚਾ ਅਤੇ ਮੇਰੀ ਢਾਲ ਹੈ। ਹੁਣ ਬਾਈਬਲ ਬਾਣੀ ਆਖਦੀ ਹੈ ਕਿ ਜਿਉਂ-ਜਿਉਂ ਅਸੀਂ ਜੀਵਨ ਦੇ ਵਿੱਚੋਂ ਗੁਜ਼ਰਦੇ ਹਾਂ, ਵਿਸ਼ਵਾਸੀ ਹੁੰਦੇ ਹੋਇਆਂ ਸਾਨੂੰ ਹਮੇਸ਼ਾ ਹੀ ਹਰ ਸਮੇਂ ਉਸ ਢਾਲ ਨੂੰ ਆਪਣੇ ਕੋਲ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਇਸ ਤੋਂ ਬਗੈਰ ਅਸੀਂ ਫੱਟੜ ਕੀਤੇ ਜਾਣ ਦੇ ਯੋਗ ਹਾਂ। ਆਓ ਹੁਣ ਇਸ ਬਾਰੇ ਗੱਲ ਕਰੀਏ ਕਿ ਇਸ ਦਾ ਅਰਥ ਕੀ ਹੁੰਦਾ ਹੈ। ਨੰਬਰ 1, ਨੇਚਾ ਦੀ ਢਾਲ ਦੀ ਪ੍ਰਮੁੱਖਤਾ। ਸਭ ਤੋਂ ਪਹਿਲਾਂ ਗੌਰ ਕਰੋ ਕਿ ਬਾਈਬਲ ਬਾਣੀ ਦੇ ਬਚਨਾਂ ਵਿੱਚ ਨੇਚਾ ਦੀ ਢਾਲ ਦੀ ਪ੍ਰਮੁੱਖਤਾ ਦੇ ਬਾਰੇ ਕੀ ਆਖਿਆ ਗਿਆ ਹੈ। ਬਾਈਬਲ ਬਾਣੀ ਆਖਦੀ ਹੈ, ਸਭਨਾਂ ਸਣੇ ਇਸ ਦਾ ਅਰਥ ਹੁੰਦਾ ਹੈ ਹੋਰ ਸਭਨਾਂ ਦੂਸਰਿਆਂ ਦੇ ਨਾਲ-ਨਾਲ ਹੋਰ ਸਾਰਿਆਂ ਦੇ ਮਹੱਤਵ ਦੇ ਤੁਲਨਾ ਵਿੱਚ ਇਸ ਨੂੰ ਪੱਕਿਆ ਕਰੋ ਕਿ ਆਪ ਨੇਚਾ ਦੀ ਢਾਲ ਨੂੰ ਜ਼ਰੂਰ ਲੈਂਦੇ ਹੋ। ਸਾਰੇ ਸ਼ਸਤਰ ਵਸਰ ਆਪਣੇ ਆਪ ਵਿੱਚ ਇੱਕ ਸਿਪਾਹੀ ਨੂੰ ਯੁੱਧ ਵਿੱਚ ਸੁਰੱਖਿਅਤ ਕਰਨ ਦੇ ਯੋਗ ਕਦੇ ਨਹੀਂ ਹੋਣਗੇ। ਢਾਲ ਤੋਂ ਬਗੈਰ ਉਹ ਫੱਟੜ ਕੀਤੇ ਜਾਣ ਦੇ ਯੋਗ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਮੇਰੇ ਇਸ ਤੋਂ ਕੀ ਭਾਵ ਹੈ ਕਿ ਆਪ ਨੂੰ ਆਹੋ ਬਾਰੇ ਯਾਦ ਹੈ। ਆਹੋ ਜੋ ਕਿ
ਇਫਸੀਆਂ ਦੇ ਅਸ਼ੂਰੀ ਲੋਕਾਂ ਦੇ ਵਿਰੁੱਧ ਯੁੱਧ ਨੂੰ ਗਿਆ ਸੀ, ਉਹ ਉਸ ਦੀ ਦੇਹ ਤੋਂ ਅਗਲੇ ਸ਼ਸਤਰ ਦੇ ਦੁਆਰਾ ਬਚਾਇਆ ਗਿਆ ਸੀ। ਫਿਰ ਉਸਨੇ ਸ਼ਸਤਰ ਵਸਤਰ ਤੋਂ ਬਾਹਰ ਹੋ ਕੇ ਆਪਣੇ ਆਪ ਨੂੰ ਛੁਪਾਉਣ ਦੇ ਲਈ ਇੱਕ ਸ਼ਸਤਰ ਤੋਂ ਬਾਹਰ ਹੋਇਆ, ਤਾਂ ਕਿ ਵੈਰੀ ਉਸ ਨੂੰ ਪਛਾਣ ਨਾ ਸਕੇ। ਉਹ ਯੁੱਧ ਨੂੰ ਗਿਆ ਅਤੇ ਬਾਈਬਲ ਬਾਣੀ ਆਖਦੀ ਹੈ ਕਿ ਜਿਉਂ ਹੀ ਯੁੱਧ ਸ਼ੁਰੂ ਹੋਇਆ, ਇੱਕ ਮਨੁੱਖ ਨੇ ਇੱਕ ਤੀਰ ਲਿਆ ਅਤੇ ਇਸ ਨੂੰ ਉਸ ਵੱਲ ਛੱਡਿਆ, ਜਿਸ ਦਾ ਅਰਥ ਹੁੰਦਾ ਹੈ ਕਿ ਉਹ ਤਾਂ ਕਿਸੇ ਚੀਜ਼ ਉੱਤੇ ਨਿਸ਼ਾਨਾ ਲਗਾ ਰਿਹਾ ਸੀ। ਉਸਨੇ ਤਾਂ ਬਸ ਇਸ ਨੂੰ ਹਵਾ ਵਿੱਚ ਛੱਡ ਦਿੱਤਾ ਸੀ। ਬਾਈਬਲ ਆਖਦੀ ਹੈ ਕਿ ਉਹ ਤੀਰ ਅਹਾਓ ਦੇ ਸ਼ਸਤਰ ਦੇ ਜੋੜ ਦੇ ਵਿੱਚ ਦਾਖਲ ਹੋਇਆ ਅਤੇ ਉਸ ਦੇ ਦਿਲ ਨੂੰ ਚੀਰ ਸਿੱਟਿਆ ਅਤੇ ਉਸ ਦਾ ਖੂਨ ਉਸ ਦੇ ਰੱਥ ਦੇ ਵਿੱਚ ਬਹਿ ਗਿਆ ਅਤੇ ਕੁੱਤਿਆਂ ਨੇ ਇਸ ਨੂੰ ਚੱਟਿਆ। ਜਦੋਂ ਉਸ ਨੂੰ ਧੋਇਆ ਗਿਆ ਸੀ ਅਤੇ ਅਹਾਬ ਮਰ ਗਿਆ, ਅਹਾਬ ਨੇ ਸ਼ਸਤਰ ਪਹਿਨੇ ਹੋਏ ਸਨ ਪਰ ਉਸ ਦੇ ਕੋਲ ਢਾਲ ਨਹੀਂ ਸੀ। ਇਸ ਤਰ੍ਹਾਂ ਉਹ ਤੀਰ ਉਸ ਦੇ ਸ਼ਸਤਰ ਦੇ ਵਿਚਕਾਰ ਗਿਆ ਅਤੇ ਉਸ ਨੂੰ ਮਾਰ ਸੁੱਟਿਆ। ਆਪਣੀ ਕਾਪੀ ਵਿੱਚ ਇਸ ਨੂੰ ਲਿਖ ਲਓ। ਜੇਕਰ ਆਪ ਲਿਖ ਰਹੇ ਹੋ ਕਿ ਸ਼ੈਤਾਨ ਜਾਣਦਾ ਹੈ ਕਿ ਸਾਡੇ ਕੋਲ ਕਿਹੜਾ ਹਥਿਆਰ ਹੈ ਅਤੇ ਉਸ ਨੂੰ ਪਤਾ ਹੈ ਕਿ ਸ਼ਾਸਤਰ ਦੇ ਵਿਚਕਾਰ ਕਿਹੜਾ ਥਾਂ ਖਾਲੀ ਹੈ, ਢਾਲ ਤੋਂ ਬਗੈਰ, ਜੋ ਕਿ ਖੁਦ ਸਿਪਾਹੀ ਦੇ ਦੁਆਰਾ ਖੁਦ ਘੁਮਾਈ ਜਾਂਦੀ ਹੈ ਅਤੇ ਹਮਲੇ ਤੋਂ ਰੋਕਣ ਦੇ ਲਈ ਕਿਸੇ ਵੀ ਦਿਸ਼ਾ ਵਿੱਚ ਇਸ ਨੂੰ ਚਲਾਇਆ ਜਾ ਸਕਦਾ ਹੈ, ਉਸ ਤੋਂ ਬਗੈਰ ਸਿਪਾਹੀ ਮੁਸ਼ਕਲਾਂ ਦੇ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਬਾਈਬਲ ਆਖਦੀ ਹੈ, ਉਹਨਾਂ ਸਭਨਾਂ ਤੋਂ ਵੱਧ ਕੇ ਢਾਲ ਨੂੰ ਭਾਲੋ, ਤੁਹਾਨੂੰ ਜ਼ਰੂਰਤ ਹੈ ਉਸ ਨੂੰ ਲੈਣ ਦੀ। ਇਹ ਇੱਕ ਪਰਮਿਕਤਾ ਹੈ। ਨੰਬਰ 2, ਨੇਚਾ ਦੀ ਢਾਲ ਦਾ ਉਦੇਸ਼। ਦੂਸਰੀ ਗੱਲ, ਨੇਚਾ ਦੀ ਢਾਲ ਦੇ ਉਦੇਸ਼ ਬਾਰੇ ਗੌਰ ਕਰੋ। ਸਾਨੂੰ ਇਸ ਦੀ ਕਿਉਂ ਜ਼ਰੂਰਤ ਹੈ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨਵਾਣਾਂ ਨੂੰ ਬਚਾ ਸਕੋ। ਹੁਣ ਪੁਰਾਣੇ ਜ਼ਮਾਨੇ ਵਿੱਚ ਰੋਮੀ ਸੱਭਿਆਚਾਰ ਵਿੱਚ ਜੋ ਢਾਲ ਸੀ, ਇਹ ਸਾਰੇ ਹਿੱਸਿਆਂ ਨੂੰ ਸੁਰੱਖਿਆ ਰੱਖਦੀ ਸੀ ਅਤੇ ਇਸ ਨੂੰ ਘੁਮਾਇਆ ਜਾਣਾ ਸੀ ਤਾਂ ਕਿ ਇਹ ਕਿਸੇ ਵੀ ਪਾਸਿਓਂ ਹੋਣ ਵਾਲੇ ਹਮਲਿਆਂ ਨੂੰ ਪਰੇ ਕਰ ਸਕੇ। ਆਪ ਇਸ ਨੂੰ ਇੱਧਰ ਉੱਧਰ ਘੁਮਾਉਂਦੇ ਸੀ ਜਦੋਂ ਆਪ ਯੁੱਧ ਦੇ ਵਿੱਚ ਜਾਂਦੇ ਸੀ। ਜਦੋਂ ਬਾਈਬਲ ਬਾਣੀ ਅਗਨਬਾਣਾਂ ਦਾ ਜ਼ਿਕਰ ਕਰਦੀ ਹੈ ਤਦ ਇਹ ਦੋ ਗੱਲਾਂ ਦੇ ਬਾਰੇ ਦੱਸਦੀ ਹੈ। ਸਭ ਤੋਂ ਪਹਿਲਾਂ, ਕਈ ਰੋਮੀ ਸਿਪਾਹੀ ਆਪਣੇ ਅਗਨਬਾਣਾਂ ਜਾਂ ਤੀਰਾਂ ਦੀਆਂ ਨੋਕਾਂ ਨੂੰ ਲੈਂਦੇ ਸਨ ਅਤੇ ਉਹ ਉਹਨਾਂ ਨੂੰ ਇੱਕ ਘੋਲ ਦੇ ਵਿੱਚ ਡੁਬੋਦੇ ਸਨ, ਜੋ ਕਿ ਇੱਕ ਬਹੁਤ ਹੀ ਘਾਤਕ ਜ਼ਹਿਰ ਹੁੰਦਾ ਸੀ। ਇਸ ਤਰ੍ਹਾਂ ਜਦੋਂ ਉਹ ਬਾਣ ਬਹੁਤ ਤੇਜ਼ੀ ਦੇ ਨਾਲ ਵੈਰੀ ਦੀ ਚਮੜੀ ਦੇ ਵਿੱਚ ਹੇਠਾਂ ਉਤਰਦੇ ਸਨ, ਤਦ ਇਸ ਨਾਲ ਕੋਈ ਫਰਕ ਨਹੀਂ ਸੀ ਪੈਂਦਾ ਕਿ ਉਹਨਾਂ ਨੂੰ ਕਿੰਨੀ ਸ਼ਕਤੀ ਦੇ ਨਾਲ ਛੱਡਿਆ ਜਾਂਦਾ ਸੀ, ਤਾਂ ਕਿ ਉਹ ਇੱਕ ਮੁੱਖ ਅੰਗ ਨੂੰ ਨਾਸ਼ ਕਰ ਸਕੇ। ਜੇਕਰ ਇਹ ਇੱਕ ਬਾਣ ਲੱਗ ਜਾਵੇ ਤਦ ਉਹ ਵੈਰੀ ਦੀ ਚਮੜੀ ਨੂੰ ਛੂਹਣ ਦੇ ਲਈ ਜ਼ਹਿਰੀਲੀ ਹੁੰਦਾ ਸੀ। ਇਸ ਤਰ੍ਹਾਂ ਉਸ ਦੀ ਮੌਤ ਬਹੁਤ ਹੀ ਜਲਦ ਅਤੇ ਬਹੁਤ ਹੀ ਦਰਦਨਾਕ ਹੁੰਦੀ ਸੀ। ਹੋਰ ਮੌਕਿਆਂ ਉੱਤੇ ਜਦੋਂ ਰੋਮੀ ਸਿਪਾਹੀ ਜਦੋਂ ਸਿਪਾਹੀਆਂ ਦੇ ਇੱਕ ਵੱਡੇ ਇਕੱਠ ਦੇ ਵਿਰੁੱਧ ਲੜਦੇ ਸਨ ਅਤੇ ਅਕਸਰ ਸਿਪਾਹੀ ਦੇ ਕੋਲ ਲੱਕੜੀ ਦੀਆਂ ਢਾਲਾਂ ਹੁੰਦੀਆਂ ਸਨ, ਉਹ ਆਪਣੇ ਤੀਰਾਂ ਨੂੰ ਲੈਂਦੇ ਸਨ, ਤਦ ਉਹ ਇਸ ਨੂੰ ਇੱਕ ਘੋਲ ਦੇ ਵਿੱਚ ਡੁਬੋਂਦੇ ਸਨ ਅਤੇ ਉਹਨਾਂ ਨੂੰ ਅੱਗ ਲਗਾਉਂਦੇ ਸਨ ਅਤੇ ਉਹਨਾਂ ਨੂੰ ਵੈਰੀ ਦੀ ਛਾਉਣੀ ਦੇ ਵਿੱਚ ਛੱਡਦੇ ਸਨ। ਉਹ ਤੀਰ ਇਸ ਤਰ੍ਹਾਂ ਉਹ ਕਿਸੇ ਵੀ ਚੀਜ਼ ਨੂੰ ਅੱਗ ਲਗਾ ਦਿੰਦੇ ਸਨ ਜੋ ਉਹਨਾਂ ਲੋਕਾਂ ਦੇ ਵਿੱਚ ਜਲਨਸ਼ੀਲ ਹੁੰਦੇ ਸੀ। ਅਤੇ ਜਦੋਂ ਤੱਕ ਉਹਨਾਂ ਨੇ ਇਹ ਨਹੀਂ ਸੀ ਸਿੱਖ ਲਿਆ ਕਿ ਇਸ ਨਾਲ ਕਿਵੇਂ ਨਿਪਟਣਾ ਹੈ, ਤਦ ਉਹਨਾਂ ਦੀਆਂ ਜੋ ਢਾਲਾਂ ਸਨ ਉਹਨਾਂ ਨੂੰ ਵੀ ਅੱਗ ਲੱਗ ਜਾਂਦੀ ਸੀ, ਜਿਨ੍ਹਾਂ ਨੂੰ ਉਹ ਅਗਨਬਾਣਾਂ ਨੂੰ ਪਰੇ ਰੱਖਣ ਲਈ ਇਸਤੇਮਾਲ ਕਰਦੇ ਸਨ। ਇਸ ਤਰ੍ਹਾਂ ਰੋਮੀਓ ਕੋਲ ਲੱਕੜੀ ਦੀਆਂ ਬਾਣਾਂ ਅਤੇ ਢਾਲਾਂ ਨੂੰ ਰੱਖਣ ਦੀ ਆਦਤ ਸੀ ਅਤੇ ਫਿਰ ਜਾਨਵਰਾਂ ਦੀਆਂ ਖੱਲਾਂ ਨੂੰ ਰੱਖਣ ਦੀ ਅਤੇ ਫਿਰ ਉਹਨਾਂ ਨੂੰ ਪਾਣੀ ਵਿੱਚ ਡੁਬੋਣ ਦੀ, ਤਾਂ ਕਿ ਜਦੋਂ ਉਹ ਯੁੱਧ ਵਿੱਚ ਜਾਣ ਉਹਨਾਂ ਦੀਆਂ ਢਾਲਾਂ ਪੂਰੀ ਤਰ੍ਹਾਂ ਭਿੱਜੀਆਂ ਹੋਈਆਂ ਹੋਣਗੀਆਂ। ਜਦੋਂ ਉਹ ਅਗਨਬਾਣਾਂ ਉਹਨਾਂ ਦੇ ਵਿਰੁੱਧ ਆਉਂਦੇ ਸਨ ਤਦ ਉਹਨਾਂ ਨੂੰ ਬੁਝਾਇਆ ਜਾਵੇਗਾ ਅਤੇ ਉਹ ਉਹਨਾਂ ਨੂੰ ਜਲਾ ਜਾਂ ਨਾਸ਼ ਨਹੀਂ ਕਰ ਸਕਦੇ। ਹੁਣ ਜੇਕਰ ਅੱਜ ਆਪ ਇੱਕ ਮਸੀਹੀ ਹੋ, ਆਪ ਜਾਣਦੇ ਹੋ ਕਿ ਸ਼ੈਤਾਨ ਆਤਮਿਕ ਖੇਤਰ ਵਿੱਚ ਠੀਕ ਤਰ੍ਹਾਂ ਦੇ ਨਾਲ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਜਦੋਂ ਉਹ ਇੱਕ ਅਗਨਬਾਣ ਆਪਣੇ ਜੀਵਨ ਵੱਲ ਛੱਡਦਾ ਹੈ, ਸ਼ੈਤਾਨ ਦੇ ਜ਼ਿਆਦਾਤਰ ਤੀਰ ਅੱਗ ਦੀ ਨੋਕ ਵਾਲੇ ਹਨ। ਉਹ ਤਾਂ ਅੱਗ ਦੇ ਗੋਲੇ ਹਨ। ਉਹਨਾਂ ਦਾ ਸਿਰਫ ਇੱਕੋ ਹੀ ਉਦੇਸ਼ ਹੈ, ਮਨ ਦੇ ਤਣਾਅ ਨੂੰ ਪੈਦਾ ਕਰਨਾ ਅਤੇ ਆਤਮਾ ਦੀ ਨਿਰਾਸ਼ਾ ਨੂੰ, ਆਪਣੇ ਕੰਮ ਅਤੇ ਆਪ ਦੇ ਅੰਦਰ ਦੇ ਰਿਸ਼ਤਿਆਂ ਨੂੰ ਨਿਰਾਸ਼ ਕਰਨਾ। ਉਹਨਾਂ ਤੀਰਾਂ ਨੂੰ ਉਹਨਾਂ ਦੇ ਭਰਮਿਕ ਹਮਲਿਆਂ ਵਿੱਚ ਮਹਿਸੂਸ ਕੀਤੇ ਜਾਣ ਤੋਂ ਬਾਅਦ ਜੇਕਰ ਆਪ ਸੁਚੇਤ ਨਾ ਹੋਵੋ ਤਦ ਇਸ ਦਾ ਜੋ ਢੰਗ ਹੈ ਇਹ ਬਣਿਆ ਰਹੇਗਾ। ਕਦੇ-ਕਦੇ ਲੋਕ ਮੈਨੂੰ ਆਖਦੇ ਹਨ ਕਿ ਮੈਂ ਪਰਮੇਸ਼ਰ ਦੇ ਅਨੁਸ਼ਾਸਨ ਅਤੇ ਸ਼ੈਤਾਨ ਦੇ ਅਗਨਬਾਣਾਂ ਦੇ ਵਿਚਕਾਰਲੇ ਫਰਕ ਨੂੰ ਕਿਵੇਂ ਜਾਣਾ। ਮੇਰੇ ਕੋਲ ਇਸ ਬਾਰੇ ਕੋਈ ਵੀ ਨਿਸ਼ਚਿੰਤ ਵਿਖਿਆਨ ਕਰਨ ਤੋਂ ਨਹੀਂ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਮੇਰੇ ਲਈ ਇਹ ਬਿਲਕੁਲ ਸਾਫ਼ ਹੈ ਕਿ ਪ੍ਰਭੂ ਸਾਡੀ ਪ੍ਰੀਖਿਆ ਲੈਂਦਾ ਹੈ, ਪਰ ਉਹ ਕਦੇ ਵੀ ਸਾਨੂੰ ਸਤਾਉਂਦਾ ਨਹੀਂ। ਪ੍ਰਭੂ ਦੇ ਅਨੁਸ਼ਾਸਨ ਦਾ ਉਦੇਸ਼ ਸਾਨੂੰ ਬਿਹਤਰ ਬਣਾਉਣਾ ਹੈ ਅਤੇ ਸ਼ੈਤਾਨ ਦੇ ਅਗਨਬਾਣਾਂ ਦਾ ਉਦੇਸ਼ ਸਾਨੂੰ ਨਾਸ਼ ਕਰਨਾ ਹੈ। ਨੰਬਰ 3, ਨੇਚਾ ਦੀ ਢਾਲ ਦੀ ਅੰਤਰ ਸ਼ਕਤੀ। ਨੇਚਾ ਦੀ ਢਾਲ ਦਾ ਉਦੇਸ਼
ਇਸ ਵਚਨ ਦੇ ਅਨੁਸਾਰ ਇਹ ਹੈ ਕਿ ਅਸੀਂ ਅਗਨਵਾਣਾਂ ਨੂੰ ਬੁਝਾ ਸਕੀਏ ਜੋ ਕਿ ਸਾਡੇ ਉੱਤੇ ਉਸ ਦੁਸ਼ਟ ਦੇ ਦੁਆਰਾ ਚਲਾਏ ਜਾਂਦੇ ਹਨ। ਹੁਣ ਨੇਚਾ ਦੀ ਢਾਲ ਦੀ ਅੰਤਰ ਸ਼ਕਤੀ ਕੀ ਹੈ? ਅਸੀਂ ਇਸ ਦੇ ਉਦੇਸ਼ ਉੱਤੇ ਗੌਰ ਕਰ ਚੁੱਕੇ ਹਾਂ। ਇਸ ਦੀ ਅੰਤਰ ਸ਼ਕਤੀ ਕੀ ਹੈ, ਮੈਂ ਜਲਦੀ ਹੀ ਇਸ ਨੂੰ ਆਪ ਦੇ ਲਈ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਆਪ ਵਿੱਚੋਂ ਕੁਝ ਕੁ ਨੇ ਪਹਿਲਾਂ ਹੀ ਮੇਰੇ ਇਸ ਰਾਏ ਜਾਣ ਤੋਂ ਪਹਿਲਾਂ ਹੀ ਇਸ ਬਾਰੇ ਫੈਸਲਾ ਕਰ ਰੱਖਿਆ ਹੈ ਕਿ ਉਹ ਅੱਜ ਇਸ ਬਾਰੇ ਗੱਲ ਕਰਨ ਜਾ ਰਿਹਾ ਹੈ ਕਿ ਸ਼ੈਤਾਨ ਹਮਲਾ ਕਿਵੇਂ ਕਰਦਾ ਹੈ, ਪਰ ਉਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਮੈਂ ਕਿਸ ਚੀਜ਼ ਵਿੱਚੋਂ ਗੁਜ਼ਰ ਰਿਹਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਆਖਣ ਜਾ ਰਿਹਾ ਹੈ, ਉਹ ਜੋ ਕੁਝ ਆਖਣ ਜਾ ਰਿਹਾ ਹੈ ਉਸ ਦਾ ਮੇਰੀ ਸਥਿਤੀ ਦੇ ਨਾਲ ਕੁਝ ਵੀ ਲੈਣ ਦੇਣ ਨਹੀਂ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਇਸੇ ਤਰ੍ਹਾਂ ਇਹ ਹਮੇਸ਼ਾ ਹੀ ਹੁੰਦਾ ਹੈ। ਕੋਈ ਵੀ ਮੇਰੀ ਸਮੱਸਿਆ ਨੂੰ ਨਹੀਂ ਸਮਝਦਾ। ਜੇਕਰ ਉਹ ਬਸ ਇਹ ਜਾਣਦਾ ਹੁੰਦਾ ਕਿ ਮੇਰੇ ਤੇ ਕੀ ਬੀਤ ਰਿਹਾ ਹੈ, ਤਦ ਉਹ ਇੰਨੀ ਸੁਖਮੀ ਗੱਲ ਨਾ ਕਰਦਾ। ਨੇਚਾ ਦੀ ਢਾਲ ਦੇ ਸੰਬੰਧ ਵਿੱਚ ਹੁਣ ਗੌਰ ਕਰੋ। ਇਹ ਆਖਦਾ ਹੈ ਤਾਂ ਕਿ ਤੁਸੀਂ ਉਸ ਦੁਸ਼ਟ ਤੇ ਜ਼ਿਆਦਾਤਰ ਅਗਨਬਾਣਾਂ ਨੂੰ ਬੁਝਾਉਣ ਦੇ ਯੋਗ ਹੋਵੋ। ਇੱਥੇ ਆਖਿਆ ਗਿਆ ਹੈ ਜਿਹਦੇ ਨਾਲ ਤੁਸੀਂ ਦੁਸ਼ਟ ਦੇ ਹਰ ਇੱਕ ਅਗਨਬਾਣ ਨੂੰ ਬੁਝਾ ਸਕੋਗੇ ਜੋ ਤੁਹਾਡੇ ਤੋਂ ਬਗੈਰ ਉਹ ਹੋਰ ਕਿਸੇ ਉੱਤੇ ਵੀ ਚਲਾ ਰਿਹਾ ਹੈ। ਨਹੀਂ, ਇੱਥੇ ਤਾਂ ਹਰ ਇੱਕ ਸ਼ਬਦ ਦਾ ਜ਼ਿਕਰ ਹੈ ਕਿ ਇਸ ਤਰ੍ਹਾਂ ਨਹੀਂ ਹੈ। ਬਾਈਬਲ ਸਾਡੇ ਨਾਲ ਇਹ ਵਾਅਦਾ ਕਰਦੀ ਹੈ ਕਿ ਜੇਕਰ ਅਸੀਂ ਇਸ ਸਚਾਈ ਨੂੰ ਪਕੜੀ ਰੱਖਦੇ ਹਾਂ ਜੋ ਕਿ ਪਰਮੇਸ਼ਰ ਸਾਨੂੰ ਸਿਖਾਉਣ ਦੀ ਖੁਆਇਸ਼ ਰੱਖਦਾ ਹੈ, ਤਦ ਇਹ ਕਾਫੀ ਹੈ ਤਾਂ ਕਿ ਇਸ ਦੁਸ਼ਟ ਦੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਹਮਲੇ ਦੇ ਅਧੀਨ ਆਪ ਕਿਉਂ ਨਾ ਹੋਵੋ। ਪਰਮੇਸ਼ਰ ਨੇ ਨੇਚਾ ਦੀ ਢਾਲ ਦੇ ਰਾਹੀਂ ਉਸ ਹਮਲੇ ਤੋਂ ਰੋਕਣ ਦੇ ਲਈ ਇੱਕ ਵਸੀਲੇ ਨੂੰ ਤੁਹਾਨੂੰ ਬਖਸ਼ਿਆ ਹੈ। ਆਪ ਇਹ ਵਿਸ਼ਵਾਸ ਕਰਦੇ ਹੋ? ਜੇਕਰ ਆਪ ਇਹ ਵਿਸ਼ਵਾਸ ਨਹੀਂ ਕਰਦੇ ਤਦ ਆਪ ਉਸ ਨੂੰ ਨਹੀਂ ਸੁਣੋਗੇ ਜੋ ਕੁਝ ਮੇਰੇ ਕੋਲ ਆਖਣ ਲਈ ਹੈ। ਪਰਮੇਸ਼ਰ ਆਪ ਨਾਲ ਗੱਲ ਕਰਨ ਜਾ ਰਿਹਾ ਹੈ, ਹਰੇਕ ਹੋਰ ਨਾਲ ਨਹੀਂ, ਤੁਹਾਡੇ ਨਾਲ। ਨੰਬਰ 4, ਨੇਚਾ ਦੀ ਢਾਲ ਦੀ ਸੁਰੱਖਿਆ। ਧਿਆਨ ਨਾਲ ਗੌਰ ਕਰੋ। ਨੇਚਾ ਦੀ ਢਾਲ ਦੀ ਸੁਰੱਖਿਆ। ਨੇਚਾ ਦੀ ਢਾਲ ਸਾਨੂੰ ਕਿਵੇਂ ਬਚਾਉਂਦੀ ਹੈ? ਆਓ ਅਸੀਂ ਇੱਕ ਪਲ ਦੇ ਲਈ ਉਹਨਾਂ ਬਾਣਾਂ ਦੀ ਕਿਸਮ ਬਾਰੇ ਗੱਲ ਕਰੀਏ ਜੋ ਕਿ ਸ਼ੈਤਾਨ ਅਕਸਰ ਇਸਤੇਮਾਲ ਕਰਦਾ ਹੈ। ਜੇਕਰ ਆਪ ਆਪਣੀਆਂ ਬਾਈਬਲਾਂ ਵਿੱਚੋਂ ਉਤਪਤ ਦੀ ਪੁਸਤਕ ਦੇ 3 ਅਧਿਆਇ ਕੋਲ ਆਓ ਤਦ ਆਪ ਵੇਖ ਸਕਦੇ ਹੋ ਸ਼ੈਤਾਨ ਜੋ ਕੁਝ ਉਸ ਦੇ ਮੁੱਢਲੇ ਕੰਮ ਵਿੱਚ ਮਨੁੱਖ ਦੇ ਵਿਰੁੱਧ ਕਰ ਰਿਹਾ ਹੈ। ਸਾਡੇ ਲਈ ਉਤਪਤ ਦੀ ਪੁਸਤਕ 3 ਅਧਿਆਇ ਵਿੱਚ ਲਿਖਿਆ ਗਿਆ ਹੈ ਉਸ ਪਹਿਲੇ ਸ਼ੈਤਾਨ ਦੇ ਟਾਕਰੇ ਦੇ ਲਈ ਜੋ ਕਿ ਇੱਕ ਮਨੁੱਖੀ ਸ਼ਖਸੀਅਤ ਦੇ ਨਾਲ ਹੋਇਆ ਸੀ। ਇਹ ਪਹਿਲੀ ਮਨੁੱਖੀ ਸ਼ਖਸੀਅਤ ਹੈ ਜੋ ਕਿ ਰਚੀ ਗਈ ਸੀ ਅਤੇ ਘੱਟੋ ਘੱਟ ਦੂਸਰੀ ਜਿੱਥੋਂ ਤੱਕ ਕਿ ਹਵਾ ਦਾ ਲਿਹਾਜ਼ ਹੈ। ਉਤਪਤ ਦੀ ਪੁਸਤਕ ਦੇ 3 ਅਧਿਆਇ ਵਿੱਚ ਸ਼ੈਤਾਨ ਆਪਣਾ ਪਹਿਲਾ ਬਾਣ ਛੱਡਦਾ ਹੈ ਅਤੇ ਉਹ ਇਸ ਦਾ ਇਸਤੇਮਾਲ ਹਵਾ ਦੇ ਵਿਰੁੱਧ ਕਰਦਾ ਹੈ। ਪਹਿਲਾ ਬਾਣ ਜਿਸ ਦਾ ਇਸਤੇਮਾਲ ਉਹ ਕਰਦਾ ਹੈ, ਪਹਿਲਾ ਉਸ ਦਾ ਤੀਰ ਜੋ ਕਿ ਉਹ ਇਸਤੇਮਾਲ ਕਰਦਾ ਹੈ, ਇਸ ਨੂੰ ਅਸੀਂ ਸ਼ੱਕ ਆਖਦੇ ਹਾਂ। 3 ਅਧਿਆਇ ਉਸ ਦੀ ਪਹਿਲੀ ਐਤ ਦੇ ਵਚਨ ਬਾਰੇ ਗੌਰ ਕਰੋ। ਇੱਥੇ ਆਖਿਆ ਗਿਆ ਹੈ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸ ਨੇ ਉਸ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਰ ਨੇ ਸੱਚਮੁੱਚ ਆਖਿਆ ਕਿ ਬਾਗ ਦੇ ਕਿਸੇ ਬ੍ਰਿਕਸ਼ ਤੋਂ ਤੁਸੀਂ ਖਾਓ? ਕਿ ਪਰਮੇਸ਼ਰ ਨੇ ਸੱਚਮੁੱਚ ਇਸ ਤਰ੍ਹਾਂ ਆਖਿਆ ਸੀ? ਕਿ ਸੱਚਮੁੱਚ ਉਸ ਦੇ ਕਹਿਣ ਦਾ ਇਹੋ ਹੀ ਅਰਥ ਸੀ। ਸ਼ੈਤਾਨ ਇੱਥੇ ਕੀ ਕਰ ਰਿਹਾ ਹੈ? ਉਹ ਇੱਕ ਤੀਰ ਹਵਾ ਦੇ ਲਈ ਦਿਲ ਦੇ ਵਿੱਚ ਪਰਮੇਸ਼ਰ ਦੀ ਦਿਆਨਦਾਰੀ ਨੂੰ ਸਵਾਲ ਕਰਨ ਦੇ ਲਈ ਛੱਡ ਰਿਹਾ ਹੈ ਕਿ ਸੱਚਮੁੱਚ ਪਰਮੇਸ਼ਰ ਨੇ ਇਸ ਤਰ੍ਹਾਂ ਆਖਿਆ ਹੈ ਕਿ ਉਸ ਦੇ ਆਖਣ ਦਾ ਸੱਚਮੁੱਚ ਇਹੋ ਹੀ ਅਰਥ ਸੀ। ਆਪਣੀਆਂ ਬਾਈਬਲਾਂ ਉੱਤੇ ਧਿਆਨ ਲਗਾਈ ਰੱਖੋ। ਔਰਤ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬ੍ਰਿਕਸ਼ ਦੇ ਫਲਾਂ ਤੋਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬ੍ਰਿਕਸ਼ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਰ ਨੇ ਸਾਨੂੰ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੋ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ ਤੁਸੀਂ ਕਦੇ ਨਹੀਂ ਮਰੋਗੇ। ਹੁਣ ਉਸ ਨੇ ਸ਼ੱਕ ਤੋਂ ਅੱਗੇ ਇਨਕਾਰ ਕਰਨ ਵੱਲ ਵਧਿਆ। ਸ਼ੈਤਾਨ ਠੀਕ ਆਰੰਭ ਦੇ ਵਿੱਚ ਅੱਗੇ ਆ ਕੇ ਪਰਮੇਸ਼ਰ ਦਾ ਇਨਕਾਰ ਨਹੀਂ ਕਰਦਾ, ਉਹ ਤਾਂ ਸ਼ੱਕ ਦੇ ਬੀਜ ਨੂੰ ਬੀਜਣ ਦੇ ਨਾਲ ਆਰੰਭ ਕਰਦਾ ਹੈ ਅਤੇ ਫਿਰ ਉਹ ਇਸ ਨੂੰ ਇਨਕਾਰ ਕਰਨ ਵੱਲ ਲਿਜਾਂਦਾ ਹੈ। ਫਿਰ ਉਹ ਆਖਰ ਵਿੱਚ ਆਪਣਾ ਸਭ ਤੋਂ ਵੱਧ ਅਤੇ ਸਭ ਤੋਂ ਜ਼ਿਆਦਾ ਜ਼ਹਿਰੀਲੀ ਬਾਣ ਹਵਾ ਦੇ ਦਿਲ ਦੇ ਵੱਲ ਛੱਡਦਾ ਹੈ। ਜਦੋਂ ਉਹ ਠੀਕ ਅੱਗੇ ਆਉਂਦਾ ਹੈ ਅਤੇ ਉਹ 5 ਐਤ ਵਿੱਚ ਹਵਾ ਨੂੰ ਪਰਮਾਉਂਦਾ ਹੈ ਜਿੱਥੇ ਉਹ ਆਖਦਾ ਹੈ, ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਵੋਗੇ। ਇਸ ਦੇ ਵਿੱਚ ਸੱਚ ਸੀ, ਪਰ ਇਸ ਦੇ ਵਿੱਚ ਜ਼ਹਿਰ ਵੀ ਸੀ। ਜਿਵੇਂ ਕਿ ਆਪ ਜਾਣਦੇ ਹੋ ਕਿ ਹਵਾ ਭਰਮਾਈ ਗਈ ਸੀ, ਉਸ ਦੇ ਕੋਲ ਨੇਚਾ ਦੀ ਢਾਲ ਨਹੀਂ ਸੀ ਅਤੇ ਉਹ ਸ਼ੈਤਾਨ ਦੇ ਹਮਲੇ ਦੇ ਦੁਆਰਾ ਨਾਸ਼ ਕੀਤੀ ਗਈ ਸੀ। ਹੁਣ ਮੈਂ ਆਪ ਨੂੰ ਇਹ ਤਜਵੀਜ਼ ਦੇਣੀ ਪਸੰਦ ਕਰਾਂਗਾ ਕਿ ਸ਼ੈਤਾਨ ਦਾ ਸਭ ਤੋਂ ਵੱਧ ਮਨਭਾਊ ਹਥਿਆਰ ਮੇਰੇ ਖਿਆਲ ਦੇ ਅਨੁਸਾਰ ਉਹ ਹਥਿਆਰ ਜਿਸ ਦਾ ਉਹ ਆਪਣੇ
ਹਥਿਆਰ ਦੇ ਭੰਡਾਰਾਂ ਵਿੱਚੋਂ ਹੋਰ ਕਿਸੇ ਨਾਲੋਂ ਵੀ ਵੱਧ ਕੇ ਇਸਤੇਮਾਲ ਕਰਦਾ ਹੈ, ਉਹ ਹੈ ਵਿਸ਼ਵਾਸੀ ਦੇ ਜੀਵਨ ਵਿੱਚ ਸ਼ੱਕ ਦਾ ਹਮਲਾ ਕਰਨਾ। ਹੁਣ ਧਿਆਨਪੂਰਵਕ ਗੌਰ ਕਰੋ, ਇਸੇ ਕਰਕੇ ਆਪ ਸ਼ੱਕ ਦੇ ਨਾਲ ਨੇਚਾ ਦੀ ਢਾਲ ਦੇ ਦੁਆਰਾ ਨਿਪਟਦੇ ਹੋ। ਇਸ ਨੂੰ ਇੱਕ ਪਲ ਲਈ ਆਪਣੇ ਮਨ ਦੇ ਵਿੱਚ ਬਣਾਈ ਰੱਖੋ। ਆਪ ਉਦਾਸੀਨ ਹੋ, ਆਪ ਇੱਕ ਦੂਸਰੇ ਦੇ ਉਲਟ ਹੋ। ਸ਼ੈਤਾਨ ਦਾ ਮਹਾਨ ਹਮਲਾ ਵਿਸ਼ਵਾਸੀ ਦੇ ਜੀਵਨ ਵਿੱਚ ਸ਼ੱਕ ਨੂੰ ਲਿਆਉਣਾ ਹੈ, ਅਤੇ ਨੇਚਾ ਦੀ ਢਾਲ ਹੀ ਹੈ ਜੋ ਵਿਸ਼ਵਾਸੀ ਨੂੰ ਨਾਸ਼ ਹੋਣ ਤੋਂ ਬਚਾਈ ਰੱਖਦੀ ਹੈ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ। ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਆਪਣਾ ਕੀਮਤੀ ਸਮਾਂ ਕੱਢਿਆ। ਦੋਸਤੋ, ਅੱਜ ਅਸੀਂ ਪਰਮੇਸ਼ਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਤੋਂ ਆਤਮਿਕ ਯੁੱਧ ਦੀ ਲੜੀ ਦੇ ਵਿੱਚ ਵਿਸ਼ਵਾਸ ਦੀ ਢਾਲ ਬਾਰੇ ਸਿੱਖ ਰਹੇ ਸੀ। ਅਸੀਂ ਸਿੱਖਿਆ ਕਿ ਨੇਚਾ ਪਰਮੇਸ਼ਰ ਵੱਲੋਂ ਦਿੱਤਾ ਗਿਆ ਇੱਕ ਵਰਦਾਨ ਹੈ। ਯਿਸੂ ਮਸੀਹ ਦੇ ਵਿੱਚ ਸਾਡਾ ਵਿਸ਼ਵਾਸ ਸਾਡੀ ਢਾਲ ਹੈ। ਕਿਸੇ ਵੀ ਸੈਨਿਕ ਦੇ ਲਈ ਢਾਲ ਦੂਜੇ ਸ਼ਸਤਰਾਂ ਵਾਂਗੂ ਬਹੁਤ ਜ਼ਰੂਰੀ ਹੁੰਦੀ ਹੈ। ਇਹ ਸਾਡੇ ਖਾਸ ਅੰਗਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਆਪਣੇ ਬਚਾਅ ਦੇ ਲਈ ਢਾਲ ਦਾ ਇਸਤੇਮਾਲ ਨਹੀਂ ਕਰਦੇ ਤਾਂ ਅਸੀਂ ਫੱਟੜ ਹੋ ਸਕਦੇ ਹਾਂ। ਸਾਨੂੰ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ, ਇੱਥੋਂ ਤੱਕ ਕਿ ਸਾਡੀ ਜਾਨ ਵੀ ਜਾ ਸਕਦੀ ਹੈ। ਅਸੀਂ ਬਾਈਬਲ ਦੇ ਵਿੱਚੋਂ ਆਹਾਬ ਦੇ ਬਾਰੇ ਵੇਖਿਆ, ਜਿਹੜਾ ਕਿ ਢਾਲ ਤੋਂ ਬਗੈਰ ਹੀ ਯੁੱਧ ਦੇ ਮੈਦਾਨ ਦੇ ਵਿੱਚ ਚਲਿਆ ਗਿਆ। ਇੱਕ ਵਿਰੋਧੀ ਸੈਨਿਕ ਨੇ ਉਸ ਵੱਲ ਤੀਰ ਨਾਲ ਨਿਸ਼ਾਨਾ ਕੀਤਾ, ਜਿਹੜਾ ਉਹਦੇ ਸਰੀਰ ਦੇ ਆਰ-ਪਾਰ ਹੋ ਗਿਆ ਅਤੇ ਉੱਥੇ ਹੀ ਉਸਦੀ ਮੌਤ ਹੋ ਗਈ। ਇਹ ਇਸ ਕਰਕੇ ਹੋਇਆ ਕਿਉਂਕਿ ਉਹਨੇ ਢਾਲ ਨਹੀਂ ਪਾਈ ਹੋਈ ਸੀ। ਦੋਸਤੋ, ਨੇਚਾ ਦੀ ਢਾਲ ਸਾਨੂੰ ਇਸ ਕਰਕੇ ਦਿੱਤੀ ਗਈ ਹੈ ਕਿ ਅਸੀਂ ਆਪਣੇ ਵਿਰੋਧੀ ਸ਼ੈਤਾਨ ਦੇ ਅਗਨ ਬਾਣਾਂ ਤੋਂ ਬਚ ਸਕੀਏ ਅਤੇ ਉਹਨਾਂ ਨੂੰ ਬੁਝਾ ਸਕੀਏ। ਦੋਸਤੋ, ਇਸ ਅਧਿਆਇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਜਾਰੀ ਰੱਖਾਂਗੇ। ਹੁਣ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਆ ਗਿਆ। ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਦੇ ਹਾਂ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਮਹਾਨ ਅਤੇ ਸਾਮਰਥੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪਿਤਾ ਪਰਮੇਸ਼ਰ, ਅੱਜ ਤੁਸੀਂ ਆਪਣੇ ਆਤਮਿਕ ਸ਼ਸਤਰ ਬਸਤਰ ਵਿੱਚੋਂ ਸਾਨੂੰ ਨੇਚਾ ਦੀ ਢਾਲ ਬਾਰੇ ਸਿਖਾਇਆ। ਪ੍ਰਭੂ ਜੀ, ਉਹ ਢਾਲ ਜਿਹੜੀ ਨੇਚਾ ਤੋਂ ਸਾਨੂੰ ਮਿਲਦੀ ਹੈ, ਵਿਸ਼ਵਾਸ ਤੋਂ ਸਾਨੂੰ ਮਿਲਦੀ ਆ ਔਰ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕਰਦੀ ਹੈ, ਸਾਡੇ ਖਾਸ ਅੰਗਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਔਰ ਅਗਰ ਇਹ ਢਾਲ ਸਾਡੇ ਕੋਲ ਨਹੀਂ ਹੈ ਤਾਂ ਅਸੀਂ ਸ਼ੈਤਾਨ ਦਾ ਬੜੀ ਆਸਾਨੀ ਨਾਲ ਨਿਸ਼ਾਨਾ ਬਣ ਸਕਦੇ ਹਾਂ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਢਾਲ ਦੇ ਦੁਆਰਾ ਸਾਨੂੰ ਆਸ਼ੀਸ਼ ਤੇ ਬਰਕਤ ਦਿੱਤੀ ਹੈ। ਅਸੀਂ ਸ਼ੈਤਾਨ ਦੇ ਤੀਰਾਂ ਤੋਂ ਬਚ ਸਕਦੇ ਹਾਂ, ਉਹਦੇ ਹਮਲਿਆਂ ਨੂੰ ਅਸੀਂ ਨਾਕਾਮ ਕਰ ਸਕਦੇ ਹਾਂ। ਧੰਨਵਾਦ ਦਿੰਦੇ ਪਿਤਾ ਪਰਮੇਸ਼ਰ ਇਸ ਸਿੱਖਿਆ ਵਾਸਤੇ। ਪ੍ਰਭੂ ਜੀ, ਪ੍ਰਾਰਥਨਾ ਕਰਦੇ ਹਾਂ ਇਹ ਸਿੱਖਿਆ ਦਾ ਲਾਭ ਸਾਨੂੰ ਸਾਰਿਆਂ ਨੂੰ ਮਿਲੇ। ਅਸੀਂ ਸਿੱਖਿਆ ਨੂੰ ਆਪਣੇ ਦਿਲ ਦੀ ਗਹਿਰਾਈ 'ਚ ਗ੍ਰਹਿਣ ਕਰ ਲੈਂਦੇ ਹਾਂ। ਪਿਤਾ ਪ੍ਰਭੂ ਯਿਸੂ ਮਸੀਹ, ਇਸ ਵਚਨ ਦੇ ਅਨੁਸਾਰ ਤੁਸੀਂ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦਿਓ। ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਮੰਗ ਲੈਂਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।